ਮਾਸ਼ਾ ਸਾਡੇ ਦਾਦੇ ਪੜਦਾਦੇ ਚੱਲਦਾ ਆ ਰਿਹਾ ਜਾਂ ਪਾ ਕੇ ਮਾਸ਼ਾ 50 ਕੋ ਐਨ ਇਹ ਹੀ ਕੋਈ 120 10 4 ਮਣ ਹੋ ਜਾਂਦਾ ਜੀ। ਇਹਦਾ ਦੁੱਧ ਕਿੰਨੇ ਦਾ ਵਿਕ ਜਾਂਦਾ ਹੈ? ਇਹ ਹੀ ਸਾਰੀ 1500 17000 ਤੱਕ ਜਾਂਦਾ। ਨਹੀਂ ਤੁਹਾਡੀ ਬੱਚਤ ਦੀ ਐਵਰੇਜ ਕੀ ਹੈ? ਇਹ ਕੋਈ 10000 ਰੁਪਇਆ ਹੈ। ਸਾਰੇ ਸ਼ਹਿਰਾਂ 'ਚ ਇਹ ਕਿ ਦੁੱਧ ਦੀ ਵਿਕਰੀ ਠੀਕ ਹੈ, ਕੰਮ ਠੀਕ ਦੁੱਧ ਦਾ। ਪਿੰਡਾਂ 'ਚ ਦੁੱਧ ਵਿਕਦਾ ਘੱਟ ਹੈ, ਰੇਟ घट है। बिस्मिल्लाहिर्रहमानिर्रहीम अस्सलाम वालेकुम व्यूअर्स, आप देख रहे हैं बिजनेस इन्फो यूट्यूब चैनल। मैं हूं बिलाल नज़ीर। तमाम भाइयों को, दोस्तों को, बुज़ुर्गों को, नए और पुराने फार्मर्स को और बिलखसूस कारोबारी हजरात को मैं बताना चाहता हूं कि आज की वीडियो आप सब के लिए बहुत ही मुफीद है, क्योंकि इसमें एक नौजवान सिटी एरिया में रहते हुए बड़े अच्छे तरीके से फार्मर 50 भैंसों का फार्म जो है वो चला रहा है और आपसे बहुत ही दिलचस्प गुफ्तगू करने वाला है। इस वीडियो में शहर में रह के कारोबार कैसे करें और एवरेज 10,000 रुपये रोज़ाना कैसे कमाएं, ये सारी की सारी फिजिबिलिटी रिपोर्ट और इंटरव्यू में आपको बताई जाएगी। तो आइए आज के इस इंटरव्यू को शुरू करते हैं। देखने से पहले जल्दी से हमारे चैनल को सब्सक्राइब कर दें और बेल आइकन को भी दबा दें, और फेसबुक के नाज़रीन से रिक्वेस्ट है कि आप हमारे चैनल को फॉलो कीजिए और लाइक कीजिए। तो आइए आज का इंतहाई मुफीद और नायाब इंटरव्यू शुरू करते हैं। अस्सलाम वालेकुम। वालेकुम सलाम। भाईजान की ना है ਤੁਹਾਡਾ? अजहर अहमद। अजहर अहमद साहब, ਇਹ ਜਗ੍ਹਾ ਕਿਹੜੀ ਹੈ? हैंडलपुरा हैंडलपुरा सियालकोट। जी जी। अच्छा अजहर साहब, ਤੁਹਾਡੀ ਉਮਰ ਕਿੰਨੀ ਹੈ? मेरी उम्र है माशाल्लाह 22 साल। 22 ਸਾਲ ਹੋ ਗਈ ਹੈ ਤੇ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਜਾਨਵਰ ਰੱਖਦੇ ਆ? ਮਾਸ਼ਾ ਸਾਡੇ ਦਾਦੇ ਪੜਦਾਦੇ ਚੱਲਦਾ ਆ ਰਿਹਾ। ਯਾਨੀ ਤੁਸੀਂ ਬਚਪਨ ਤੋਂ ਇਹ ਕੰਮ ਕਰ ਰਹੇ ਹੋ? ਬਚਪਨ ਤੋਂ ਕਰ ਰਹੇ। ਸਹੀ ਹੈ। ਤੇ ਬਚਪਨ ਤੋਂ ਲੱਗ ਕੇ ਤੁਸੀਂ ਹੁਣ ਤੱਕ ਇਸ ਕੰਮ ਦੇ ਬਾਰੇ ਵਿੱਚ ਕੀ ਜਾਣ ਸਕੇ ਹੋ? ਯਾਨੀ ਮੱਝਾਂ ਕਿਸ ਤਰ੍ਹਾਂ ਰੱਖਣੀਆਂ ਚਾਹੀਦੀਆਂ ਨੇ? ਮੱਝਾਂ ਮਾਸ਼ਾਅੱਲਾ ਠੀਕ ਰੱਖਣੀ ਚਾਹੀਦੀਆਂ ਨੇ, ਦੁੱਧ ਦਾ ਮਾਲ ਰੱਖਣਾ ਚਾਹੀਦਾ ਫਿਰ ਉਹਦੀ ਫਾਇਦਾ ਜ਼ਿਆਦਾ। ਗੋਸ਼ਤ ਵਾਲਾ ਨਹੀਂ ਰੱਖਣਾ ਚਾਹੀਦਾ? ਨਹੀਂ ਗੋਸ਼ਤ ਰੱਖਣਾ ਚਾਹੀਦਾ, ਮਗਰ ਉਹ ਹਿਸਾਬ ਨਾਲ ਹੋਣਾ ਚਾਹੀਦਾ। ਉਹ ਲੰਮਾ ਕੰਮ ਹੈ? ਹਾਂਜੀ, ਇਹ ਨਗਦੋ ਨਗਦ ਕੰਮ ਹੈ। ਨਗਦ ਨਗਦ। ਦੁੱਧ ਵਾਲੇ ਜਾਨਵਰ ਦੀ ਸਾਂਭ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ? ਸਵੇਰ ਤੋਂ ਲਾ ਕੇ ਸ਼ਾਮ ਤੱਕ ਰੂਟੀਨ ਦੱਸੋ। ਇਹ ਭਾਈ ਸੁਬਾਹ 4 ਵਜੇ ਉੱਠਣਾ ਪੈਂਦਾ ਨਾ ਵਾਸਤੇ, ਠੀਕ ਨਹੀਂ? ਬਾਅਦ ਤੂੜੀ ਵੰਡ ਹਰ ਤਰ੍ਹਾਂ ਦਾ ਪਾਉਣਾ ਪੈਂਦਾ ਨਾ। ਤੂੜੀ ਪਾ ਲਓ, ਕੜਾ ਪਾ ਲਓ ਤੁਸੀਂ, ਠੀਕ ਹੈ? ਸੁੱਕੀ ਤੂੜੀ ਪਾ ਕੇ ਤੇ ਕੜਾ ਪਾ ਲਓ ਸੁੱਕਾ। ਸਹੀ ਹੈ। ਫਿਰ ਬਾਹਰ ਬੰਨ ਛੱਡਦੇ ਹੋ? ਫਿਰ ਬਾਹਰ ਬੰਨ ਛੱਡਣਾ। ਫਿਰ ਸ਼ਾਮ ਨੂੰ ਕਿੰਨੇ ਵਜੇ ਵਾਪਸ ਕੱਢਦੇ? 4 ਵਜੇ। ਉਹਦੇ ਬਾਅਦ ਫਿਰ ਧਾਰਾਂ ਕੱਢ ਕੇ ਫਿਰ ਉਹਨੂੰ ਬੰਨ ਛੱਡਦੇ ਹੋ? ਹਾਂਜੀ, ਫਿਰ ਅੰਦਰ ਬੰਨਣਾ ਚਾਹੀਦਾ, ਬਾਹਰ ਸਿਆਲ ਵਾਸਤੇ ਮੈਨੂੰ ਬਾਹਰ ਨਹੀਂ ਰੱਖਣਾ ਚਾਹੀਦਾ। ਫਿਰ ਖੁਰਲੀਆਂ 'ਚ ਪੱਠੇ ਸੁੱਟ ਕੇ ਫਿਰ ਤੁਰ ਜਾਂਦੇ ਹੋ ਘਰਾਂ 'ਚ? ਹਾਂਜੀ। ਅੱਛਾ ਹੁਣ ਇਹ ਦੱਸੋ ਕਿ ਤੁਸੀਂ ਅੱਜ ਕੱਲ ਹਰਾ ਪੱਠਾ ਕਿੰਨਾ ਪਾ ਰਹੇ ਹੋ ਤੇ ਤੂੜੀ ਕਿੰਨੀ ਪਾ ਰਹੇ ਹੋ? ਹਰਾ ਪੱਠਾ ਭਾਜੀ ਅੱਜ ਕੱਲ੍ਹ ਸ਼ਾਰਟ ਹੈ, ਉਹ ਘੱਟ ਪੈ ਰਿਹਾ, ਤੂੜੀ ਜ਼ਿਆਦਾ ਪੈ ਰਹੀ। ਕਿੰਨਾ ਪੈ ਰਿਹਾ? ਤੂੜੀ ਇੱਕ ਮੈਨੂੰ ਪੈ ਜਾਂਦੀ ਹੈ ਕੋਈ 5 ਕਿਲੋ ਖਾ ਲੈਂਦੀ ਹੈ। ਅੱਛਾ ਤੇ ਹਰਾ? ਹਰਾ ਭਾਵੇਂ ਮਨ ਪਾ ਲਓ ਤੁਸੀਂ। ਠੀਕ ਹੋ ਗਿਆ। ਵੰਡੇ 'ਚ ਕੀ ਪਾ ਰਹੇ ਹੋ? ਵੰਡੇ ਭਾਜੀ ਪਾ ਰਹੇ ਅੱਜ ਕੱਲ੍ਹ ਟੁਕੜੇ ਤੇ ਕੋੜੀ ਖਾਲ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਪਾ ਰਹੇ? ਚੋਕਰ ਪਾ ਰਹੇ, ਖਲ ਪਾ ਰਹੇ, ਮਿੱਠੀ ਦੇ ਕੜਾ। ਮਾਸ਼ਾਅੱਲਾ ਕਿੰਨੇ ਤੁਹਾਡੇ ਕੋਲ ਜਾਨਵਰ ਨੇ ਟੋਟਲ? ਛੋਟੇ ਜਾ ਪਾ ਕੇ, ਗਾਈਆਂ ਪਾ ਕੇ? ਮਾਸ਼ਾਅੱਲਾ 50 ਕੋ ਐਨ। 50 ਜਾਨਵਰਾਂ ਵਾਸਤੇ ਕਿੰਨੀ ਜਗ੍ਹਾ ਤੁਹਾਂ ਵਾੜਾ ਬਣਾਇਆ ਜਿਹੜਾ ਆਤਾ? ਹੋਇਆ ਕਿ 10 ਮਰਲੇ। 10 ਮਰਲਿਆਂ ਦੇ ਵਿੱਚ ਪੂਰੇ ਆਈ ਜਾਂਦੇ ਨੇ? ਹਾਂਜੀ। ਮਸਲਾ ਮਸਾਇਲ ਤੇ ਨਹੀਂ ਪੇਸ਼ ਆਂਦਾ? ਇਹ ਤੰਗੇ ਹੋ ਜੀ, ਮਗਰ ਕਰ ਲਈ ਤਾਂ ਫਿਰ ਆਪਣਾ ਮਸਲਾ ਪੂਰਾ। ਪੱਕਾ ਬਣਾਇਆ ਜੇ? ਹਾਂਜੀ, ਪੱਕਾ ਲੈਂਟਰ ਪਿਆ। ਉਹ ਕੱਚਾ ਗਰਮ ਨਹੀਂ ਹੋ ਜਾਂਦਾ ਗਰਮੀਆਂ 'ਚ? ਸਾਰੀ ਉਹ ਗਰਮੀ ਪਰਦੇ ਝੁਕ ਛੜੀ ਦੇ, ਇੱਕ ਸਾਈਡ ਤੋਂ ਬਾੜੀਆਂ ਜਿਹੀਆਂ ਖੋਲ ਛੜੀਆਂ। ਸਹੀ ਹੋ ਗਿਆ। ਚਾਰ ਛੋੜੇ ਗਲੀਆਂ ਤੇ ਪੱਠਾ ਜਿਹੜਾ ਵੀ ਉਹ ਆਪਣਾ ਤੁਹਾਡਾ ਜਗ੍ਹਾ ਜਾਂ ਮੁੱਲ ਦੀ ਹੈ? ਨਹੀਂ, ਮੁੱਲ ਦੀ। ਤੇ ਮੁੱਲ ਦਾ ਪੱਠਾ ਲੈ ਕੇ ਤੇ ਕਿਸ ਤਰ੍ਹਾਂ ਕਾਰੋਬਾਰ ਕਰਦੇ ਹੋ? ਬਸ ਭਾਜੀ ਅੱਲਾ ਨੇ ਨਿਜ਼ਾਮ ਚਲਾਇਆ, ਕਿਸ਼ਤਾਂ ਦਾ ਮਾਲ ਨਹੀਂ ਲੈਣਾ ਚਾਹੀਦਾ, ਕਿਸ਼ਤਾਂ ਦੀ ਬਚਦਾ ਕੱਖ ਨਹੀਂ ਹੈ। ਮਾਲ ਆਇਆ ਸਾਡਾ ਅੱਲਾ ਆਪਣਾ, ਅੱਲਾ ਦਿੱਤਾ। ਯਾਨੀ ਤੁਹਾਡਾ ਮਾਲ ਆਪਣਾ ਵੀ ਤੇ ਤੁਹਾਡਾ ਮੁੱਲ ਦਾ ਪੱਠਾ ਵਾਰਾ ਖਾਈ ਜਾਂਦਾ? ਹਾਂਜੀ, ਖਾ ਜਾਂਦਾ। ਇੱਥੇ ਸ਼ਹਿਰ ਵਿੱਚ ਸਿਆਲਕੋਟ 'ਚ ਤੁਹਾਡਾ ਜ਼ਿਆਦਾ ਤੋਂ ਜ਼ਿਆਦਾ ਦੁੱਧ ਕਿੰਨੇ ਰੁਪਏ ਵਿਕਦਾ? ਇਹ ਹੀ ਕੋਈ 120 10 ਬਸ। 120 30 ਤੱਕ ਨਹੀਂ ਜਾਂਦਾ? ਨਹੀਂ। ਔਰ ਘੱਟ ਤੋਂ ਘੱਟ? ਇਹ ਹੀ 100 ਤੱਕ। ਯਾਨੀ 100 ਤੋਂ ਥੱਲੇ ਨਹੀਂ ਜਾਂਦੇ, 20 ਤੋਂ ਉੱਤੇ ਨਹੀਂ ਜਾਂਦੇ? ਹਾਂਜੀ। ਹੁਣ ਤੁਹਾਡਾ ਤੁਹਾਨੂੰ ਦੱਸੀਆਂ ਨੇ ਕਿ ਲਗਭਗ ਤੁਹਾਡੇ 50 ਡੰਗਰ ਨੇ। 50 ਡੰਗਰਾਂ ਵਿੱਚੋਂ ਦੁੱਧ ਦੇਣ ਵਾਲੇ ਡੰਗਰ ਕਿੰਨੇ ਨੇ? ਉਹ ਮਸ਼ਰਾ ਹੈ ਕੋਈ 30 ਡੰਗਰ ਤੁਹਾਡੇ ਇਸ ਟਾਈਮ ਮਤਲਬ ਲੈ ਰਹੀਆਂ ਮੱਝਾਂ ਨੇ, ਗਾਈਆਂ ਵੀ ਪਾ ਕੇ। ਹਾਂਜੀ। ਕਿੰਨਾ ਕੁ ਦੁੱਧ ਤੁਹਾਡਾ ਡੇਲੀ ਦਾ ਹੋ ਜਾਂਦਾ ਦੋਵਾਂ ਟਾਈਮਾਂ ਦਾ? ਉਹ 4 ਮਣ ਹੋ ਜਾਂਦਾ ਜੀ। ਮਾਸ਼ਾਅੱਲਾ। ਹਾਂਜੀ। 4 ਮਣ ਜਿਹੜਾ ਦੁੱਧ ਹੈ ਤੁਹਾਡਾ, ਔਰ ਉਹ 120 ਤੋਂ ਹੀ ਵਿਕਦਾ ਸਾਰਾ, ਗਾਈ ਦਾ ਵੀ ਤੇ ਇਹਦਾ ਵੀ? ਨਹੀਂ, ਗਾਈਆਂ 100 ਦਿੰਦੇ। ਮੈਂ ਹਾਂ ਗਰਾਂ ਹੋਈਏ। ਅੱਛਾ ਤੁਹਾਡਾ ਡੇਲੀ ਦਾ ਦੁੱਧ ਕਿੰਨੇ ਦਾ ਵਿਕ ਜਾਂਦਾ ਹੈ? ਇਹ ਸਾਰੀ 1500 17000 ਤੱਕ ਜਾਂਦਾ। ਮਾਸ਼ਾਅੱਲਾ। 15 ਤੋਂ 17000 ਤੱਕ ਤੁਹਾਡੀ ਐਵਰੇਜ ਹੈ? ਹਾਂਜੀ। ਅੱਛਾ ਹੁਣ ਇਹ ਦੱਸਿਓ ਕਿ 15 ਤੋਂ 17000 ਵਿੱਚੋਂ ਡੰਗਰਾਂ ਤੇ ਕਿੰਨਾ ਲਾਉਂਦੇ ਹੋ? 15000 ਲੱਗ ਜਾਂਦਾ ਭਾਜੀ। ਉਹ ਕਿਸ ਤਰ੍ਹਾਂ? ਉਹ 10000 ਦੀ ਤੂੜੀ ਹਾਲੀ ਚ ਰੋਜ਼ ਦੀ। ਅੱਛਾ 700 ਮਨ ਤੂੜੀ ਚ। ਠੀਕ ਹੈ। ਹਾਂਜੀ, ਤੇ 2000 ਰੁਪਏ ਕਿਹੜਾ 2 ਤੋੜੇ ਕਰੇ ਦੇ ਆੜੇ ਚ। ਠੀਕ ਹੈ। ਹਾਂਜੀ। ਤੁਸੀਂ ਕਿੰਨੇ ਬੰਦੇ ਇੱਥੇ ਕੰਮ ਕਰ ਰਹੇ ਹੋ? ਇਸ ਟਾਈਮ 4 ਭਾਈਆਂ ਤੇ ਕਿਆ ਫਿਰ 4 ਬੰਦਿਆਂ ਦੀ ਦਿਹਾੜੀ ਨਹੀਂ ਨਿਕਲਦੀ ਪਈ? ਨਿਕਲਦੀ ਭਾਈ, ਆਪੀ ਹਿਸਾਬ ਲਾ ਲਓ ਕੀ ਦਿਹਾੜੀ ਜੋ ਹੈ ਕਿ ਦਿਹਾੜੀਦਾਰ ਨਾਲੋਂ ਚੰਗੇ ਆ, ਅੱਲਾ ਨੇ ਆਪਣੇ ਵਾਲੇ ਲਾਏ ਆ। ਦਿਹਾੜੀਦਾਰ ਸੀ ਕਿ ਉਹ ਭਾਈ ਕਦੀ ਲੱਗਦੀ ਨਹੀਂ ਹੈ, ਚਲੋ ਆਪ ਰੋਟੀ ਦਿੰਦਾ ਪਿਆ ਸਾਨੂੰ।
ਠੀਕ ਅੱਛਾ ਇਹ ਤੇ ਹੁਣ ਤੁਹਾਡਾ ਵੇ ਨਾ 15 ਤੋਂ 10000 ਤੁਹਾਡਾ ਖਰਚਾ ਹੋਣਾ ਨਾ, ਹਾਂਜੀ ਲੇਕਿਨ ਜਦੋਂ ਭੱਲੇ ਦਿਨ ਆਉਂਦੇ ਨੇ ਯਾਨੀ ਚਾਰਾ ਜ਼ਿਆਦਾ ਮਿਲ ਜਾਂਦਾ ਹੈ ਉਦੋਂ ਤੇ ਫਿਰ ਤੁਹਾਡਾ ਉਹ ਖਰਚਾ ਮਾਸ਼ਾਅੱਲਾ ਘੱਟ। 10000 ਰੁਪਏ ਖਰਚਾ ਫਿਰ ਵੀ ਹੋ ਜਾਂਦਾ। ਉਹ ਕਿਸ ਤਰ੍ਹਾਂ? ਉਹ ਸਾਰੇ ਫਿਰ ਵੰਡਾ ਛਿੰਡਾ ਪਾ ਕੇ 10000 ਰੁਪਏ ਲੱਗ ਜਾਂਦਾ। ਤੂੜੀ ਪਾਣੀ ਅਸੀਂ ਇੱਕ ਟਾਈਮ ਤੂੜੀ ਪਾਣੀ ਹੁੰਦੀ ਲਾਜ਼ਮੀ। ਪਰ ਉਹ ਦੁੱਧ ਵੀ ਤਾਂ ਵੱਧ ਜਾਂਦਾ ਹੈਗਾ, ਹਾਂਜੀ ਹਰਾਜੀ ਤੋਂ ਵੱਧ ਹੈ। ਯਾਨੀ ਤੁਹਾਡੀ ਬੱਚਤ ਦੀ ਐਵਰੇਜ ਕੀ ਹੈ? ਇਹ ਕੋਈ 10000 ਰੁਪਏ ਹੈ। ਜ਼ਿਆਦਾ ਤੋਂ ਜ਼ਿਆਦਾ ਤੇ ਘੱਟ ਤੋਂ ਘੱਟ ਕਿੰਨੀ ਕੁ ਬੱਚਤ ਤੁਹਾਨੂੰ ਆ ਜਾਂਦੀ ਹੈ? ਯਾਨੀ ਜਦੋਂ ਦੁੱਧ ਖਰਚਾ ਤੁਹਾਡਾ ਬਹੁਤ ਆ ਰਿਹਾ ਉਦੋਂ 5000 ਵੱਜ ਜਾਂਦਾ ਹੈ, ਉਹਦੇ ਨਾਲ ਬਚ ਜਾਂਦਾ ਜੀ। ਤੇ ਜਦੋਂ ਤੁਹਾਡਾ ਖਰਚਾ ਘੱਟ ਆ ਰਿਹਾ ਉਦੋਂ ਕੋ 15000 ਵੱਜ ਜਾਂਦਾ ਹੈ। 15 ਨਹੀਂ ਬਚਦਾ, ਇਹ 10-12 ਦਾ ਬਚਦਾ ਵਾ। ਯਾਨੀ ਤੁਹਾਡੇ 10-12000 ਵੱਜਦਾ, ਤਾਂ ਮਤਲਬ ਇਹ ਤੁਹਾਡੀ ਐਵਰੇਜ ਜਿਹੜੀ ਹੈ ਉਹ 8-9 ਦੇ ਵਿੱਚ ਆ ਜਾਂਦੀ ਹੈ। ਹਾਂਜੀ ਹਾਂਜੀ 8-9000 ਅਗਰ ਤੁਸੀਂ ਡੇਲੀ ਬਚਾਉਂਦੇ ਹੋ ਤੇ ਮਹੀਨੇ ਦੇ ਤੁਹਾਡੇ ਕਿੰਨੇ ਬਣ ਗਏ? ਮਹੀਨੇ ਦੇ ਛੱਡੋ, ਦਫਾ ਕਰੋ, ਅੱਗੋਂ ਗੱਲ ਕਰੋ। ਅੱਛਾ ਅਗਲੀ ਗੱਲ ਕਰੋ। ਠੀਕ ਹੋ ਗਿਆ। ਅੱਛਾ ਹੁਣ ਇਹ ਦੱਸੋ ਕਿ ਤੁਹਾਨੂੰ ਸ਼ਹਿਰ ਵਿੱਚ ਰਹਿ ਕੇ ਜਾਨਵਰਾਂ ਦਾ ਕੋਈ ਮਸਾਇਲ ਵੀ ਹੈ ਨੇ? ਮਿਸਾਲ ਤੇ ਕੋਈ ਨਹੀਂ ਹੈ ਫਿਰ। ਕੋਈ ਮਸਲਾ ਨਹੀਂ, ਚਾਰਾ ਵੀ ਮਿਲ ਜਾਂਦਾ ਹੈ, ਹਾਂਜੀ। ਜਗ੍ਹਾ ਵੀ ਤੁਹਾਡੇ ਕੋਲ ਹੈ। ਜਗ੍ਹਾ ਵੀ ਹੈ ਹੁਣ। ਠੀਕ ਹੋ ਗਿਆ, ਜ਼ਿੰਦਾਬਾਦ। ਤੇ ਜਿਹੜੇ ਲੋਕ ਪਿੰਡਾਂ 'ਚ ਕਾਰੋਬਾਰ ਕਰਦੇ ਨੇ ਉਹ ਬਿਹਤਰ ਹੈ ਜਾਂ ਸ਼ਹਿਰਾਂ ਦੇ ਵਿੱਚ ਇਹ ਕਾਰੋਬਾਰ ਕਰਨਾ ਬਿਹਤਰ ਹੈ? ਸਾਰੇ ਸ਼ਹਿਰਾਂ 'ਚ ਇਹ ਕਿ ਦੁੱਧ ਦੀ ਵਿਕਰੀ ਠੀਕ ਹੈ, ਕੰਮ ਠੀਕ ਦੁੱਧ ਦਾ। ਪਿੰਡਾਂ 'ਚ ਦੁੱਧ ਵਿਕਦਾ ਘੱਟ ਹੈ, ਰੇਟ ਘੱਟ ਹੈ। ਤੁਹਾਨੂੰ ਗਾਈਆਂ ਦੁੱਧ ਵੇਚਣ 'ਚ ਕੋਈ ਮਸਲਾ ਤਾਂ ਨਹੀਂ ਆਉਂਦਾ? ਨਹੀਂ ਨਹੀਂ ਕੋਈ ਮਸਲਾ। ਸਹੀ ਹੈ। ਦੁੱਧ ਜਿਹੜਾ ਵੇ ਤੁਹਾਡਾ ਖਾਲਸ ਹੀ ਵੇਚਦੇ ਹੋ? ਹਾਂਜੀ ਖਾਲਸ ਦਿੰਦੇ ਅਸੀਂ। ਜ਼ਿੰਦਾਬਾਦ। ਲੋਕੀ ਆਪੇ ਆ ਕੇ ਟਾਈਮ ਬੈ ਕੇ ਚੋਂਦੇ ਨੇ ਆਪ। ਤੇ ਕਦੀ ਇੰਜ ਨਹੀਂ ਹੋਇਆ ਕਿ ਤੁਹਾਡਾ ਦੁੱਧ ਵੱਧ ਗਿਆ ਹੋਏ? ਨਹੀਂ ਮਾਸ਼ਾਅੱਲਾ ਜੇ ਵੱਧ ਵੀ ਜਾਏ ਅਸੀਂ ਫਿਰ ਲੱਗਾ ਫਾਲਤੂ ਦੇਸ਼ੇ ਦੇ ਲੋਕਾਂ। ਨਹੀਂ ਤੁਹਾਡਾ ਦੁੱਧ ਸਾਰਾ ਨਹੀਂ ਵਿਕ ਜਾਂਦਾ? ਨਹੀਂ ਵੱਧਦਾ ਹੀ ਨਹੀਂ ਹੈ, ਵੱਧਦਾ ਨਹੀਂ ਹੈ। ਜਾਨਵਰਾਂ ਨੂੰ ਬਿਮਾਰੀਆਂ ਵੀ ਲੱਗ ਜਾਂਦੀਆਂ ਜੀ? ਹਾਂਜੀ ਲੱਗ ਜਾਂਦੀ ਹੈ। ਕਿਹੜੀ ਕਿਹੜੀ? ਫਿਰ ਬੁਖਾਰ ਹੋ ਜਾਂਦਾ, ਬੁਖਾਰ ਹੋ ਜਾਂਦਾ, ਠੰਡ ਠੰਡ ਲੱਗ ਜਾਂਦੀ ਹੈ। ਸਹੀ ਹੈ। ਅੱਛਾ ਹੁਣ ਇਹ ਦੱਸੋ ਕਿ ਅਗਰ ਜਾਨਵਰਾਂ ਨੂੰ ਬਿਮਾਰੀ ਢੀ ਲੱਗ ਜਾਂਦੀ ਹੈ, ਬੁਖਾਰ ਬਹੋਰ, ਉਹਦਾ ਇਲਾਜ ਕੋਈ ਦੇਸੀ ਕਰ ਲੈਂਦੇ ਹੋ ਜਾਂ ਫਿਰ ਤੁਸੀਂ ਡਾਕਟਰ ਨੂੰ ਬੁਲਾਉਂਦੇ ਹੋ? ਨਹੀਂ ਅਸੀਂ ਫਿਲਹਾਲ ਦੇਸੀ ਦਾ ਕਰਨੇ ਆ ਵੀ ਲਾਣੇ ਆ, ਕੋਈ ਨੁਕਸਾ ਦਾ ਜੇ ਦੇਸੀ ਠੀਕ ਹੋ ਜਾਂਦੇ ਡਾਕਟਰ ਲੈਣਾ ਪੈਂਦਾ। ਸਹੀ ਹੋ ਗਿਆ। ਅੱਛਾ ਹੁਣ ਤੁਸੀਂ ਇਹ ਦੱਸੋ ਕਿ ਇਸ ਕਾਰੋਬਾਰ ਦੇ ਵਿੱਚ ਅਗਰ ਕੋਈ ਨੌਜਵਾਨ ਆਉਣਾ ਚਾਹੁੰਦਾ ਹੈ ਹਾਂਜੀ ਹਾਂਜੀ ਉਹ ਘੱਟ ਤੋਂ ਘੱਟ ਕਿੰਨੇ ਕੁ ਜਾਨਵਰ ਰੱਖੇ ਕਿ ਉਹਦੇ ਘਰ ਦਾ ਸਰਕਟ ਚੱਲ ਜੇ? ਮਾਸ਼ਾਅੱਲਾ ਡੰਗਰ ਠੀਕ ਰੱਖ 10 ਕੰਮ ਚੱਲ ਜਾਂਦਾ। ਕਿਹੜੇ ਰੱਖੇ? ਸਜਰੇ ਰੱਖੇ ਜਾਂ ਫਿਰ ਖਾਂਗੜੇ? ਸਜਰੇ। ਸਜਰੇ 10 ਕੁ ਰੱਖ ਲੈ? ਹਾਂਜੀ 10 ਤੋਂ ਘੱਟ ਨਹੀਂ ਚੱਲੇਗਾ? 5 ਨਾਲ ਵੀ ਚੱਲ ਜਾਂਦਾ। 5 ਨਾਲ ਵੀ ਘਰ ਦਾ ਸਰਕਟ ਜਿੰਨੀ 5-6 ਜੀਆਂ ਦਾ ਚੱਲ ਜਾਂਦਾ? ਚੱਲ ਜਾਂਦਾ ਹਾਂਜੀ। ਠੀਕ ਹੋ ਗਿਆ। ਹੁਣ ਤੁਹਾਡੇ ਕੋਲ ਜਿਹੜੀਆਂ ਮੱਝਾਂ ਨੇ ਇਹ ਕਿਹੜੀ ਨਸਲ ਦੀਆਂ ਨੇ? ਇਹ ਮਾਸ਼ਾਅੱਲਾ ਫਰਕ ਹੀ ਨੇ, ਕੋਈ ਦੇਸੀ ਨੇ, ਕੋਈ ਬਾਰੀ ਨੇ, ਕੋਈ ਸਾਹੀਵਾਲ ਨੇ, ਕੋਈ ਚੀਚਾ ਵਤਨ ਨੇ ਵਿੱਚ। ਠੀਕ ਹੈ। ਹਾਂਜੀ। ਅੱਛਾ ਹੁਣ ਸਾਡੇ ਨਾਜ਼ਰੀਨ ਨੂੰ ਇਹ ਦੱਸੋ ਕਿ ਤੁਹਾਡੀ ਜਿਹੜੀ ਮੱਝ ਸਭ ਤੋਂ ਚੰਗੀ ਹੈ ਹਾਂਜੀ। ਉਹ ਕਿੰਨਾ ਕੁ ਦੁੱਧ ਦੇ ਛੱਡਦੀ ਹੈ ਜ਼ਿਆਦਾ ਤੋਂ ਜ਼ਿਆਦਾ? ਇਹ ਮਾਸ਼ ਕੋਈ 14 ਕਿਲੋ ਤੇ 15 ਕਿਲੋ ਬਸ। ਇਹ ਤੋਂ ਉੱਤੇ ਨਹੀਂ ਜਾਂਦੀ? 20 ਕਿਲੋ ਵਾਲੀ ਕੋਈ ਨਹੀਂ? ਨੇ 20 ਕਿਲੋ ਸਾਡੇ। ਅੱਛਾ ਜਿਹੜੀ 14-15 ਕਿਲੋ ਦਿੰਦੀ ਹੈ ਉਹਦੇ ਵੰਡਾ ਉਹਨੂੰ ਕਿਹੜਾ ਕਿਹੜਾ ਪਾਉਂਦੇ ਹੋ? ਵੰਡਾ ਇਹਨਾਂ ਦੇ ਨਾਲ ਹੀ ਪੈਂਦਾ ਵੀ। ਯਾਨੀ ਕਿ ਤੁਸੀਂ ਫਰਕ ਨਹੀਂ ਕਰਦੇ? ਨਹੀਂ ਨਹੀਂ ਇੱਕੋ ਜਿਹਾ ਵੰਡਾ ਪਾਈਦਾ। ਛੋਟੇ ਜਾਵਾਂ ਦਾ ਕੀ ਕਰਦੇ ਹੋ? ਛੋਟਿਆਂ ਨੂੰ ਮਾਸ਼ਾਅੱਲਾ ਦੁੱਧ ਪਿਲਾਈਦਾ ਇਹਨਾਂ ਦਾ, ਉਹਨਾਂ ਵੰਡਾ ਪਾਈਦਾ। ਅਸੀਂ ਵੇਚਦੇ ਨਹੀਂ ਹੈ, ਬਚਪਨ ਦੀ ਵੇਚਦੇ। ਜਿਹੜੀ ਘਰ ਦੇ ਰੱਖੇ ਨੇ ਸਾਰੇ? ਘਰ ਦੇ ਹਾਂਜੀ। ਇਹ ਜਿਹੜੇ ਜੰਗਰ ਤੁਸੀਂ ਬਣਾਏ ਨੇ ਜਿਹੜੇ ਨਾਜ਼ਰੀਨ ਨੂੰ ਪਿੱਛੇ ਨਜ਼ਰ ਆ ਰਹੇ ਨੇ ਇਹ ਸਾਰੇ ਘਰ ਦੇ ਨੇ? ਇਹ ਕੋ ਮੁੱਲ ਲੈਣ ਵਿੱਚ ਮੱਝਾਂ। ਅੱਛਾ ਹਾਂਜੀ ਤੇ ਮੁੱਲ ਜਿਹੜੇ ਤੁਸੀਂ ਲੈਣ ਜਾਂਦੇ ਹੋ ਤੁਸੀਂ ਤੇ ਕੌਣ ਖਰੀਦਣ ਜਾਂਦਾ? ਅੱਬੂ ਜਾਂਦੇ ਨੇ। ਉਹਨਾਂ ਨੂੰ ਮੱਝਾਂ ਦੀ ਪਛਾਣ ਹੈ? ਹਾਂਜੀ। ਤੇ ਕਦੀ ਇਸ ਤਰ੍ਹਾਂ ਤਾਂ ਨਹੀਂ ਹੋਇਆ ਕਿ ਮੱਝ ਕੋਈ ਚੰਗੀ ਕਰਕੇ ਲਿਆਂਦੀ ਉਹਦੇ ਭੈੜੀ ਨਿਕਲ ਆਏ? ਨਹੀਂ ਅੱਲਾ ਕਰੇ ਅੱਜ ਤੱਕ ਨਿਕਲੀ ਤੇ ਕੋਈ ਨਹੀਂ ਹੈ। ਜ਼ਿੰਦਾਬਾਦ। ਅੱਛਾ ਹੁਣ ਇਹ ਦੱਸੋ ਕਿ ਤੁਸੀਂ ਜਿਹੜੇ ਕੱਟੇ ਹੁੰਦੇ ਨੇ ਉਹਨਾਂ ਦਾ ਕਰਦੇ ਹੋ? ਕੱਟੇ ਵੱਡੇ ਕਰਕੇ ਵੇਚ ਛੜੀ ਦਾ। ਕਿੰਨੇ ਇੱਕ ਮਹੀਨੇ ਤੇ? ਇਹ ਕੋਈ 3 ਮਹੀਨਿਆਂ ਦਾ, 2.5 ਮਹੀਨਿਆਂ ਦਾ, 4 ਮਹੀਨਿਆਂ ਦਾ। ਸਹੀ ਹੈ। ਉਹਦਾ ਰੇਟ ਚੰਗਾ ਲੱਭ ਜਾਂਦਾ ਇੱਥੇ? ਹਾਂਜੀ ਜੇ ਬੱਚਾ ਵੇਚਣ ਫਾਇਦਾ ਕੋਈ ਨਹੀਂ ਇਹਨਾਂ ਦਾ। ਸਹੀ ਹੋ ਗਿਆ। ਅੱਛਾ ਇਹ ਦੱਸੋ ਕਿ ਤੁਸੀਂ ਕੋਈ ਆਪ ਹੀ ਸਾਰੇ ਭਰਾ ਕੰਮ ਕਰਦੇ ਹੋ, ਕੋਈ ਤੁਹਾਨੂੰ ਮੁਲਾਜ਼ਮ ਤੇ ਨਹੀਂ ਰੱਖਿਆ? ਨਹੀਂ ਨਹੀਂ ਅਸੀਂ ਚਾਰੇ ਭਾਈ ਹਾਂ। ਸਹੀ ਹੋ ਗਿਆ। ਅੱਛਾ ਹੁਣ ਆਖਰੀ ਗੱਲ ਇਹ ਦੱਸੋ ਕਿ ਜਿਹੜਾ ਕੋਈ ਬੰਦਾ ਇਹ ਕਾਰੋਬਾਰ ਕਰਨਾ ਚਾਹੁੰਦਾ ਹੈ ਹਾਂਜੀ ਹਾਂਜੀ। ਉਹ ਅਗਰ ਤੁਹਾਡੇ ਕੋਲ ਮਸ਼ਵਰਾ ਲੈਣਾ ਚਾਹੇ ਕੋਈ ਅਹਿਮ ਗੱਲ, ਅਹਿਮ ਚੀਜ਼ ਜਿਹੜੀ ਤੁਸੀਂ ਸਮਝਦੇ ਹੋ ਕਿ ਯਾਰ ਇਹ ਕੰਮ ਕਰਨਾ ਹੀ ਤੇ ਕਮ ਅਜ਼ ਕਮ ਇਹ ਕਰੀ ਤਾਂ ਕਿ ਤੈਨੂੰ ਫਾਇਦਾ ਹੋਏ, ਨੁਕਸਾਨ ਨਾ ਹੋਏ? ਬਸ ਇਹੀ ਫਾਇਦਾ ਹੈ ਕਿ ਕਿਸ਼ਤਾਂ ਦਾ ਮਾਲ ਲੈਣਾ ਨਹੀਂ ਚਾਹੀਦਾ ਹੈ। ਕਿ ਕਿਸ ਤਰ੍ਹਾਂ ਡੁੱਬ ਜਾਂਦਾ ਬੰਦਾ? ਕਿਸ਼ਤਾਂ ਦਾ ਬੰਦਾ ਠੀਕ ਹੋ ਗਿਆ। ਹੋਰ ਇਹ ਹੈ ਕਿ ਬਸ ਧਿਆਨ ਰੱਖਣਾ ਚਾਹੀਦਾ, ਆਪਣੇ ਬਹੁਤੀ ਸਾਂਭ ਕਰਨੀ ਪੈਂਦੀ ਹੈ। ਠੀਕ ਹੈ। ਯਾਨੀ ਸਾਂਭ ਚੰਗੀ ਕਰੇ, ਕਿਸ਼ਤਾਂ ਤੇ ਮਾਲ ਨਾ ਲੇ, ਹਾਂਜੀ ਫਿਰ ਔਰ ਆਪ ਹੀ ਕਰੇ ਜਾਂ ਨੌਕਰ ਰੱਖੇ? ਨਹੀਂ ਮੁਲਾਜ਼ਮ ਰੱਖੇ ਮਗਰ ਫਿਰ ਆਪੇ ਵੀ ਨਾਲ ਕਰਨਾ ਪੈਂਦਾ ਥੋੜਾ ਬਹੁਤਾ। ਯਾਨੀ ਆਪ ਹੀ ਕਰੇਗਾ ਤਾਂ ਫੇਰ ਫਾਇਦਾ? ਫਿਰ ਫਾਇਦਾ ਹੋਏਗਾ। ਸਹੀ ਹੋ ਗਿਆ। ਬਹੁਤ ਸ਼ੁਕਰੀਆ ਜੀ, ਤੁਸੀਂ ਬੜੀ ਮੁਫੀਦ ਗੁਫ਼ਤਗੂ ਕੀਤੀ ਹੈ। अस्सलाम वालेकुम। ਵਾਹ ਕਿਆ ਮਾਲਕ ਨੂੰ ਧਾਰ ਕੱਢਣੀ ਨਾ ਆਉਂਦੀ ਹੋਏ ਤੇ ਫੇਰ ਵੀ ਉਹ ਮੱਝ ਰੱਖ ਸਕਦਾ ਹੈ? ਰੱਖ ਸਕਦਾ, ਕੋਈ ਟੈਨਸ਼ਨ ਨਹੀਂ। ਨਹੀਂ ਕਈ ਲੋਕ ਕਹਿੰਦੇ ਨੇ ਜਿਹੜਾ ਬੰਦਾ ਧਾਰ ਨਹੀਂ ਕੱਢਦਾ ਆਪੀ ਉਹਨੂੰ ਪਤਾ ਨਹੀਂ ਲੱਗਦਾ ਮੱਝ ਦਾ ਕਿ ਇਹਨੂੰ ਇਸ ਟਾਈਮ ਕੀ ਪ੍ਰੋਬਲਮ ਹੋ ਰਹੀ ਹੈ। ਧਾਰ ਕੱਢਦੇ ਆ ਪਤਾ ਚੱਲਦਾ ਕਿ ਇਹਨੂੰ ਕੀ ਮਸਲਾ ਹੋ ਰਿਹਾ ਤੇ ਨੌਕਰ ਜਿਹੜੇ ਨੂੰ ਦੱਸਦੇ ਨੇ। ਤੇ ਅਗਰ ਧਾਰ ਕੱਢਣੀ ਆਉਂਦੀ ਹੋਏ ਤੇ ਫੇਰ ਰੱਖਣਾ ਚਾਹੀਦਾ। ਨਹੀਂ ਕੋਈ ਐਡੀ ਗੱਲ ਨਹੀਂ ਹੈ ਕਿ ਬੰਦਾ ਆਪੇ ਵੀ ਚੈੱਕ ਕਰ ਸਕਦਾ। 2-4 ਦਿਨ ਚੋਏ ਨਾਲ ਨੌਕਰ ਵੇਖ ਤੱਕ ਆਪਣੀ ਝਾਜ ਆ ਜਾਂਦੀ, ਇਹਦੀ ਕੋਈ ਮੁਸ਼ਕਲ।
ਠੀਕ ਹੈ। ਹਾਂਜੀ ਤੇ ਅਗਰ ਕੋਈ ਦੋਸਤ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ ਕਰ ਸਕਦਾ? ਹਾਂਜੀ ਕਰ ਲੈਣਾ, ਕੋਈ ਟੈਨਸ਼ਨ। ਕੋਈ ਨੰਬਰ ਵਗੈਰਾ ਨੰਬਰ ਲਿਖ ਲਓ ਤੁਸੀਂ, ਬੋਲਿਆ ਜੀ। 0342 67 87 018। ਬਹੁਤ ਸ਼ੁਕਰੀਆ ਸਰ, ਅਸਲਾਮ ਵਾਲੇਕੁਮ। ਵਾਹਿਗੁਰੂ।